अस्सलाम वालेकुम जी। वालेकुम अस्सलाम वरहमतुल्लाहि वबरकातुहू। कहाँ से बिलोंग करते हैं? मैं शदरे रहना रचना टाउन ਦੇ ਵਿੱਚ ਔਰ ज़िला शेखपुरा है। रचना टाउन ਦੇ ਵਿੱਚ मैं मेरी रहाइश है। अच्छा जी, ये बताएं कि आपकी ज़िंदगी में कोई ऐसा वाक़या रूनुमा हुआ हो जो आप कभी भूल ना पाए हो? जी बस वाक़या ज़िंदगी ਦੇ ਕਾਫੀ ਹੈਗੇ ਨੇ, ਲੇਕਿਨ ਇਹ ਦੇਖਿਆ ਕਿ ਵਕਤ ਜਿਹੜਾ ਬੜੀ ਤੇਜ਼ੀ ਦੇ ਨਾਲ ਬਦਲ ਗਿਆ। ਇੰਨੀ ਕੁ ਤੇਜ਼ੀ ਦੇ ਨਾਲ ਬਦਲ ਗਿਆ ਕਿ ਜਿਹੜਾ ਅਦਬ ਓ ਆਦਾਬ ਹੈਗਾ ਸੀ ਉਹ ਸਭ ਖਤਮ ਹੋ ਗਿਆ। ਅਗਰ ਅੱਜ ਤੋਂ ਅਸੀਂ ਕੋਈ 40-50 ਸਾਲ 40 ਕੁ ਸਾਲ ਪਿੱਛੇ ਚਲੇ ਜਾਂਦੇ ਹਾਂ, ਉਹ ਐਸੇ ਅੱਛੇ ਲੋਕ ਹੁੰਦੇ ਸਨ, ਇੱਕ ਦੂਸਰੇ ਦੀ ਦੁੱਖ ਤਕਲੀਫ ਦੇ ਵਿੱਚ ਸ਼ਾਮਲ ਹੁੰਦੇ ਸਨ। ਉਹ ਕਿਸੇ ਦੀ ਦੁੱਖ ਤਕਲੀਫ ਨੂੰ ਆਪਣਾ ਦੁੱਖ ਸਮਝਦੇ ਸਨ ਔਰ ਬਹੁਤ ਅੱਛਾ ਵਕਤ ਗੁਜ਼ਰਦਾ ਸੀ। ਉਹ ਦੇਖੋ ਨਾ, ਕੋਈ ਸ਼ਾਦੀ ਹੁੰਦੀ ਸੀ, ਇਹ ਇੱਕ ਆਮ ਬੰਦੇ ਜਿਹੜੇ ਨੇ ਉਹਨਾਂ ਨੂੰ ਵੀ ਇਹ ਪਤਾ ਹੋਏਗਾ, ਸ਼ਾਦੀ ਇੱਕ ਹੁੰਦੀ ਸੀ ਅਤੇ ਉੱਥੇ ਜਨਾਬ ਇੱਕ ਮਹੀਨਾ ਰੌਣਕ ਮੇਲਾ ਲੱਗ ਜਾਂਦਾ ਸੀ। ਹਮਸਾਇਆਂ ਨੂੰ ਸੱਦਾ ਦੇਣਾ, ਰਿਸ਼ਤੇਦਾਰਾਂ ਨੂੰ ਸੱਦਾ ਦੇਣਾ, ਉੱਥੇ ਢੋਲਕੀ ਵੱਜਦੀ ਪਈ ਹੈ ਸੁਬਾਹ ਸ਼ਾਮ ਔਰ ਸ਼ਾਦੀ ਤੋਂ ਰੌਣਕ ਲੱਗਦੀ ਪਈ ਹੈ। ਹੁਣ ਇੰਨਾ ਫਰਕ ਪੈ ਗਿਆ, ਉਹਨਾਂ ਦੀ ਜਗ੍ਹਾ 'ਤੇ ਹੁਣ ਸ਼ਾਦੀ ਹਾਲ ਖੁੱਲ੍ਹ ਗਏ ਨੇ। ਉਹ ਜਿੱਥੇ ਸ਼ਾਦੀ ਹੁੰਦੀ ਪਈ ਹੈ ਉੱਥੇ ਤਾਲਾ ਲੱਗਾ ਹੁੰਦਾ। ਸ਼ਾਦੀ ਹਾਲ ਤੋਂ ਹੀ ਰੁਖਸਤ ਕਰਕੇ ਅਤੇ ਬੱਚੀ ਨੂੰ ਭੇਜ ਦਿੰਦੇ ਨੇ। ਔਰ ਉਹ ਲੋਕ ਬਹੁਤ ਅੱਛੇ ਲੋਕ ਹੁੰਦੇ ਸੀ, ਬਹੁਤ ਅਖਲਾਕ ਵਾਲੇ ਲੋਕ ਹੁੰਦੇ ਸੀ। ਕੋਈ ਬਿਮਾਰ ਹੋ ਜਾਂਦਾ ਸੀ, ਉਹਦੀ ਖਬਰ ਬੜੀ ਅੱਛੇ ਤਰੀਕੇ ਨਾਲ ਲੈਣੀ, ਵੱਡੇ ਛੋਟੇ ਦਾ ਇਹਤਰਾਮ ਹੁੰਦਾ ਸੀ। ਕੋਈ ਵੱਡਾ ਬੰਦਾ ਗੁਜ਼ਰਦਾ ਪਿਆ, ਛੋਟੇ ਬੱਚੇ ਜਿਹੜੇ ਹੈਗੇ ਸੀ ਸਾਡੇ ਵਰਗੇ ਜਦੋਂ ਹੁੰਦੇ ਸਨ, ਅਸੀਂ ਕਹਿਣਾ ਲਓ ਵੀ ਚਾਚਾ ਆ ਰਿਹਾ, ਬਾਬਾ ਆ ਰਿਹਾ, ਚਾਚਾ ਰਹਿਮਾ ਆ ਰਿਹਾ। ਉਹਨੂੰ ਦੇਖ ਕੇ ਤੇ ਰਸਤਾ ਜਿਹੜਾ ਨਾ ਬਦਲ ਲੈਣਾ ਜਾਂ ਸਾਈਡ 'ਤੇ ਹੋ ਜਾਣਾ। ਹੁਣ ਉਹ ਵਕਤ ਬੜਾ ਤੇਜ਼ੀ ਦੇ ਨਾਲ ਗੁਜ਼ਰ ਗਿਆ, ਉਹਦੇ ਨਾਲ ਦੀ ਕੋਈ ਚੀਜ਼ ਨਹੀਂ ਹੈਗੀ। ਅਸਲ 'ਚ ਚੀਜ਼ ਇਹ ਹੈਗੀ ਹੈ ਕਿ ਵਾਲਦੈਨ ਜਿਹੜੇ ਨੇ ਕੁਝ ਉਹਨਾਂ ਦੀ ਵੀ ਤਵੱਜੋ ਜਿਹੜੀ ਹੈ ਇਸ ਪਾਸੇ ਨਹੀਂ। ਉਹ ਬੱਚੇ ਨੂੰ ਅੱਜ ਕੱਲ੍ਹ ਦੀਨੀ ਤਾਲੀਮ ਦੇਣ ਤੋਂ ਕਾਸਰ ਨੇ। ਹਰ ਬੰਦੇ ਦਾ ਇੱਕ ਜ਼ਿਹਨ ਬਣ ਚੁੱਕਾ ਕਿ ਮੇਰਾ ਬੱਚਾ ਜਿਹੜਾ ਨਾ ਇੰਗਲਿਸ਼ ਬੋਲੇ, ਔਰ ਉਹਦੇ ਵਿੱਚ ਆ ਕੇ ਤੇ ਅਦਬੋ ਅਦਾਬ ਜਿਹੜਾ ਨਾ ਖਤਮ ਹੋ ਗਿਆ। ਸਾਡੇ ਤਜਰਬੇ ਦੇ ਮੁਤਾਬਿਕ ਇਹ ਸਭ ਹਾਲਾਤ ਬਦਲਣ ਦੀ ਵਜ੍ਹਾ ਕੀ ਹੈ? ਇਹਦੀ ਵਜ੍ਹਾ ਇਹ ਬਣਦੀ ਹੈ ਕਿ ਪਹਿਲੇ ਇੱਕ ਵਕਤ ਜਿਹੜਾ ਗੁਜ਼ਰਿਆ ਨਾ, ਉਦੋਂ ਕਮਾਉਣ ਵਾਲੇ ਲੋਕ ਜਿਹੜੇ ਸਨ ਨਾ, ਇੱਕ ਕਮਾਉਣ ਵਾਲਾ ਸੀ, 10 ਖਾਣ ਵਾਲੇ ਹੁੰਦੇ ਸਨ। ਅਸੀਂ ਹੁਣ ਪਹਿਲੇ ਸ਼ਹਿਰ ਦੇ ਵਿੱਚ ਅਜ਼ੀਜ਼ ਰੋਡ ਮਿਸ਼ਰੀ ਸ਼ਾਹ 'ਤੇ ਰਹਿੰਦੇ ਸਾਂ। ਸਾਡੀ ਇੱਥੇ ਆਉਣ ਦੀ ਵਜ੍ਹਾ ਕੀ ਬਣੀ ਕਿ ਇੱਧਰ ਜਗ੍ਹਾ ਸਸਤੀ ਸੀ, ਉੱਧਰ ਜਗ੍ਹਾ ਸਾਡੇ ਕੋਲ ਘੱਟ ਹੈਗੀ ਸੀ। ਅਸੀਂ ਉਹ ਜਗ੍ਹਾ ਦੇ ਕੇ ਅਤੇ ਇੱਥੇ ਆ ਕੇ ਡੇਰਾ ਲਾਇਆ। 40 ਸਾਲ ਹੋ ਗਏ ਨੇ ਇੱਥੇ ਹੀ ਰਹਿੰਦੇ ਪਏ ਹਾਂ। ਵਾਲਦੈਨ ਵੀ ਇੱਥੇ ਹੀ ਫੌਤ ਹੋਏ ਨੇ ਔਰ ਇਹਦਾ ਤਲਕ ਮਹਿੰਗਾਈ ਦੇ ਨਾਲ ਵੀ ਬਹੁਤ ਜ਼ਿਆਦਾ। ਮਹਿੰਗਾਈ ਨੇ ਲੋਕਾਂ ਦੇ ਖੂਨ ਸਫੈਦ ਕਰ ਦਿੱਤੇ ਨੇ। ਨਾਲੇ ਕੋਈ ਪੀਰ ਵਲੀ ਬਜ਼ੁਰਗ ਜਿਹੜੇ ਨੇ ਉਹ ਜੋ ਗੱਲਾਂ ਕਹਿ ਗਏ ਨੇ ਉਹ ਬਿਲਕੁਲ ਠੀਕ ਕਹਿ ਗਏ ਨੇ ਔਰ ਉਹ ਪੂਰੀਆਂ ਹੁੰਦੀਆਂ ਪਈਆਂ। ਦੇਖੋ ਨਾ, ਉਹਨਾਂ ਨੇ ਕਿਹਾ ਸੀ ਕਿ ਇੱਕ ਜ਼ਮਾਨਾ ਐਸਾ ਆਏਗਾ, ਇਹਨੂੰ ਜ਼ਰਾ ਗੌਰ ਨਾਲ ਸੁਣੋ, ਕਿ ਇਸ ਵਕਤ ਦੇ ਉੱਤੇ ਇਹ ਗੱਲ ਬਿਲਕੁਲ ਠੀਕ ਸਾਬਤ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਇੱਕ ਜ਼ਮਾਨਾ ਐਸਾ ਆਏਗਾ ਕਿ ਜਹਿਲ ਲੋਕ ਜਿਹੜੇ ਨੇ ਉਹ ਲੋਕਾਂ ਨੂੰ ਮਸ਼ਵਰੇ ਦੇਣਗੇ, ਮੱਤ ਦੇਣਗੇ। ਉਹ ਮੈਂ ਉਹਨੂੰ ਇੱਕ ਸ਼ੇਰ ਦੀ ਸ਼ਕਲ ਦੇ ਵਿੱਚ ਪੇਸ਼ ਕਰਨਾ। ਵਲੀਆਂ ਨੇ ਲਿਖਿਆ ਕਿ ਇੱਕ ਜ਼ਮਾਨਾ ਐਸਾ ਆਏਗਾ, ਜਹਿਲ ਫਾਸਕ ਜੱਗ ਨੂੰ ਮੱਤ ਦਿੰਦੇ, ਦਾਨਸ਼ਵਰਾਂ ਦੀ ਮੱਤ ਖੁਆਰ ਹੋਈ, ਹੱਕ ਸੱਚ ਦੀ ਗੱਲ ਨਾ ਕਰੇ ਕੋਈ, ਝੂਠ ਬੋਲਣਾ ਰਸਮ ਸੰਸਾਰ ਹੋਈ, ਲਾ ਕੇ ਮਜਲਸਾਂ ਕਰਨ ਹਰਾਮ ਪੱਕਾ, ਹੱਥ ਜ਼ਾਲਮਾਂ ਤੇਜ਼ ਕਟਾਰ ਹੋਈ, ਪੜਦਾ ਸਤਰ ਹਯਾ ਦਾ ਉੱਠ ਗਿਆ, ਨੰਗੀ ਹੋ ਖਲਕਤ ਵਿੱਚ ਬਾਜ਼ਾਰ ਹੋਈ, ਸੂਬੇਦਾਰ ਨਾ ਹਾਕਮ ਨਾ ਸ਼ਾਹ ਕੋਈ, ਰਹਿਤ ਮੁਲਕ ਦੀ ਸਭ ਖੁਆਰ ਹੋਈ। ਹੁਣ ਤੁਸੀਂ ਆ ਇੱਕ ਲਫ਼ਜ਼ ਜਿਹੜਾ ਮੈਂ ਕਿਹਾ, ਇਹਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਉਹ ਵਕਤ ਔਰ ਇਹਦੇ ਨਾਲ ਇਹਦਾ ਦੇਖ ਲਓ ਤੁਸੀਂ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਬਿਲਕੁਲ ਠੀਕ ਸਾਬਤ ਹੋ ਸਹੀ ਵਜ੍ਹਾ ਫਰਮਾਇਆ। ਅੱਜ ਕੱਲ੍ਹ ਅਸਲ 'ਚ
ਮਾਹੌਲ ਦੇ ਵਿੱਚ ਇੰਨਾ ਫਰਕ ਪੈ ਗਿਆ ਕਿ ਯਕੀਨ ਕਰਨਾ ਜਿਹੜਾ ਨਾ ਮੁਸ਼ਕਿਲ ਹੋ ਗਿਆ। ਹਰ ਬੰਦਾ ਜਿਹੜਾ ਨਾ ਉਹਨੂੰ ਇਤਬਾਰ ਕੋਈ ਨਹੀਂ ਰਿਹਾ। ਇਸੇ ਤਰ੍ਹਾਂ ਇੱਕ 7 ਅਪ ਗੁਲਬਰਗ ਦਾ ਵਾਕਿਆ ਸੁਣਿਆ ਕਿ ਉੱਥੇ ਇੱਕ ਬੰਦਾ ਰੇਹੜੀ ਦੇ ਉੱਤੇ ਪਕੌੜੇ ਲਾਉਂਦਾ ਸੀ, ਉਮਰ ਰਸੀਦਾ ਆਦਮੀ ਸੀ। ਇੱਕ ਬੱਚੀ ਆਈ ਇੱਕ ਦਿਨ ਉਹਦੇ ਕੋਲ ਕਾਰ ਦੇ ਉੱਤੇ, ਅਤੇ ਉਹਨੇ ਉਹਦੇ ਕੋਲੋਂ ਸੌਦਾ ਲਿਆ, ਕੋਈ ਨਾਨ ਲਏ ਨੇ ਜਾਂ ਪਕੌੜੇ ਲਏ ਨੇ, ਥੋੜ੍ਹਾ ਜਿਹਾ ਸੌਦਾ ਲਿਆ। ਉਹਨੂੰ 500 ਦਾ ਨੋਟ ਦਿੱਤਾ, ਉਹ ਬਕਾਇਆ ਪੈਸੇ ਉਹਨੂੰ ਦੇਣ ਲੱਗਾ। ਉਹ ਬੱਚੀ ਨੇ ਉਹਨੂੰ ਕਿਹਾ, ਬਾਬਾ ਜੀ ਕੋਈ ਗੱਲ ਨਹੀਂ, ਤੁਸੀਂ ਇਹ ਰੱਖ ਲਓ ਪੈਸੇ। ਉਹ ਥੋੜ੍ਹਾ ਜਿਹਾ ਸੌਦਾ, ਕੋਈ 1-2 ਨਾਨ ਲੈ ਕੇ ਨਾਲ ਕੋਈ ਪਕੌੜੇ ਜਾਂ ਆਲੂ ਬੈਂਗਣ ਵਗੈਰਾ ਲੈ ਕੇ ਅਤੇ ਉਹ ਚਲੀ ਗਈ। ਉਹਨੇ ਬੜੀ ਕੋਸ਼ਿਸ਼ ਕੀਤੀ ਦੇਣ ਦੇ ਪੈਸੇ, ਉਹਨੇ ਨਹੀਂ ਲਏ। ਇਸ ਤਰ੍ਹਾਂ ਕੋਈ 2-4 ਦਿਨ ਠਹਿਰ ਕੇ ਉਹ ਫਿਰ ਕਿਧਰੇ ਆ ਗਈ। ਉਹਨੇ ਫਿਰ ਸੌਦਾ ਲਿਆ ਥੋੜ੍ਹਾ ਜਿਹਾ, ਫਿਰ ਉਹਨੂੰ ਕੋਈ 500-1000 ਦਿੱਤਾ, ਬਕਾਇਆ ਪੈਸੇ ਨਹੀਂ। ਉਹਦਾ ਇਤਮਾਦ ਜਿਹੜਾ ਸੀ ਨਾ ਉਹਦੇ 'ਤੇ, ਪਹਿਲੇ ਉਹਨੇ ਉਹਦਾ ਇਤਮਾਦ ਬਣਾਇਆ। ਇੱਕ ਦਿਨ ਉਹ ਆ ਕੇ ਕਹਿਣ ਲੱਗੀ, ਮੀਆਂ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਉਹ ਕਹਿਣ ਲੱਗਾ, ਕਰੋ ਜੀ। ਕਹਿਣ ਲੱਗੀ, ਜੀ ਮੈਂ ਇਕੱਲੀ ਹੁੰਦੀ ਹਾਂ ਘਰ ਦੇ ਵਿੱਚ, ਬਾਹਸੀਅਤ ਤੁਸੀਂ ਮੇਰੇ ਵਾਲਦ ਦੀ ਹਸੀਅਤ 'ਤੇ ਮੇਰੇ ਨਾਲ ਅਗਰ ਰਹਿਣਾ ਪਸੰਦ ਕਰੋ ਅਤੇ ਮੈਂ ਸਮਝਾਂਗੀ ਕਿ ਮੇਰੇ ਨਸੀਬ ਚੰਗੇ ਨੇ। ਉਹ ਬੰਦਾ ਕਹਿਣ ਲੱਗਾ, ਮੈਂ ਸੋਚ ਕੇ ਦੱਸਾਂਗਾ। ਉਹ 2 ਦਿਨ ਬਾਅਦ ਫਿਰ ਆਈ। ਲੋਕਾਂ ਨੇ ਉਹਨੂੰ ਕਿਹਾ, ਉੱਥੇ ਸੜਕ ਦੇ ਉੱਤੇ ਉਹ ਰੇਹੜੀ ਲਾਉਂਦਾ ਸੀ, ਲੋਕਾਂ ਨੇ ਉਹਨੂੰ ਕਿਹਾ ਕਿ ਚਲੋ ਤੈਨੂੰ ਵੀ ਰੋਟੀ ਆਰਾਮ ਦੀ ਮਿਲ ਜਾਏਗੀ, ਅਤੇ ਚਲੋ ਕੋਈ ਗੱਲ ਨਹੀਂ, ਤੂੰ ਬਾਪ ਦੀ ਹਸੀਅਤ 'ਤੇ ਰਿਹਾ ਕਰ, ਖਾਣਾ ਪੀਣਾ ਉੱਥੋਂ ਖਾ ਲਈ ਕਰੀ, ਖਰਚਾ ਵੀ ਤੈਨੂੰ ਮਿਲ ਜਾਇਆ ਕਰੇਗਾ। ਉਸਨੇ ਕੀ ਕੀਤਾ ਕਿ ਉਹ ਲੈ ਗਈ ਉਹਨੂੰ ਘਰ, ਉਹ ਰਜ਼ਾਮੰਦ ਹੋ ਗਿਆ ਜਾਣ 'ਤੇ। ਉਹਨੇ ਉਹਦੀ ਹਾਲਤ ਜਿਹੜੀ ਹੈ ਨਾ ਤਬਦੀਲ ਕਰ ਦਿੱਤੀ। ਉਹ ਪਾਉਂਦਾ ਸੀ ਧੋਤੀਆਂ, ਸਲਵਾਰਾਂ ਕਮੀਜ਼ਾਂ ਪਾਉਂਦਾ ਸੀ, ਉਹਨੂੰ ਪੈਂਟ ਪਵਾਤੀ ਜਨਾਬ, ਕੋਟ ਪਵਾ ਦਿੱਤਾ। ਉਹ ਮੀਆਂ ਜਿਹੜਾ ਸੀ ਨਾ ਮਾਡਲ ਕਰ ਦਿੱਤਾ। ਮੀਆਂ ਨੂੰ ਲੈ ਕੇ ਕੋਈ 2-4-10 ਦਿਨ ਫਿਰਦੀ ਰਹੀ ਕਾਰ ਦੇ ਉੱਤੇ ਬਿਠਾ ਕੇ, ਅੱਬਾ ਜੀ ਅੱਬਾ ਜੀ ਅੱਬਾ ਜੀ ਅੱਬਾ ਜੀ। ਲਓ ਜੀ, ਜਿਸਲੇ ਦੇਖਿਆ ਕਿ ਹੁਣ ਵਾਕਫੀ ਚੰਗੀ ਹੋ ਗਈ ਹੈ, ਇੱਕ ਦਿਨ ਅੱਬਾ ਜੀ ਨੂੰ ਕਿਧਰੇ ਸੁਨਿਆਰਿਆਂ ਦੀ ਮਾਰਕੀਟ 'ਚ ਲੈ ਕੇ ਜੂਲਰ ਦੀ ਦੁਕਾਨ 'ਤੇ ਚਲੀ। ਉੱਥੇ ਜਨਾਬ ਉਹਨੇ ਜ਼ੇਵਰ ਕੋਈ ਕਢਾਇਆ, ਉਹ ਦੇਖ ਕੇ ਤੇ ਰੱਖੀ ਜਾ ਰਹੀ, ਕਹਿੰਦੀ ਇਹ ਵੀ ਨਹੀਂ ਪਸੰਦ, ਇਹ ਵੀ ਨਹੀਂ ਪਸੰਦ। ਅਖੀਰ ਜਨਾਬ ਉਹ ਮੋਬਾਇਲ ਦੇ ਉੱਤੇ ਕਿਸੇ ਨਾਲ ਰਾਬਤਾ ਉਹਨੇ ਕੀਤਾ, ਅਤੇ ਉਹਨੂੰ ਜਿਹੜਾ ਫ਼ੋਨ ਕਰ ਰਿਹਾ ਸੀ ਉਹਨੂੰ ਕਹੇ ਕਿ ਤੁਸੀਂ 2 ਮਿੰਟ ਵਾਸਤੇ ਗੱਡੀ ਲੈ ਕੇ ਆ ਜਾਓ। ਅਤੇ ਉਹ ਕਹਿਣ ਲੱਗੇ, ਨਹੀਂ ਸਾਡੇ ਕੋਲ ਟਾਈਮ ਕੋਈ ਨਹੀਂ ਹੈਗਾ, ਅਸੀਂ ਨਹੀਂ ਆ ਸਕਦੇ, ਤੁਸੀਂ ਇੱਥੇ ਹੀ ਲੈ ਆਓ ਜਿਹੜੀਆਂ ਚੀਜ਼ਾਂ ਦਿਖਾਣੀਆਂ। ਉਹਨੇ 2-3 ਸੈੱਟ ਫੜੇ ਉੱਥੋਂ, ਅਤੇ ਉਹ ਕਹਿਣ ਲੱਗੀ, ਲਓ ਜੀ ਮੈਂ ਨਾ 15 ਕੁ ਮਿੰਟਾਂ ਤੱਕ ਤੁਹਾਡੇ ਕੋਲ ਵਾਪਸ ਆ ਜਾਂਦੀ ਹਾਂ, ਅਤੇ ਮੇਰੇ ਵਾਲਦ ਸਾਹਿਬ ਇੱਥੇ ਹੀ ਬੈਠੇ ਨੇ। ਅੱਬਾ ਜੀ ਤੁਸੀਂ ਇੱਥੇ ਬੈਠੋ ਅਤੇ ਮੈਂ ਹੁਣੇ ਆਈ। ਉਹ ਸੈੱਟ ਲੈ ਕੇ ਕਿਧਰੇ ਗਈ ਹੈ ਅਤੇ ਦੁਬਾਰਾ ਵਾਪਸ ਨਹੀਂ ਆਈ। ਉਹਨਾਂ ਨੇ ਉਹਦੇ ਵਾਲਦ ਸਾਹਿਬ ਨੂੰ ਪੁੱਛਿਆ, ਵੀ ਬੱਚੀ ਤੁਹਾਡੀ ਵਾਪਸ ਨਹੀਂ ਆਈ, ਕਾਫੀ ਦੇਰ ਹੋ ਗਈ। ਉਹ ਕਹਿਣ ਲੱਗਾ, ਵੀ ਮੈਂ ਤਾਂ ਉਹਦਾ ਮੂੰਹ ਬੋਲਿਆ ਬਾਪ ਹਾਂ, ਅਤੇ ਆ ਜਾਂਦੀ ਹੈ ਚਲੋ। ਉਹਨੇ ਇੰਨੀ ਗੱਲ ਕੀਤੀ ਅਤੇ ਜਨਾਬ ਉਹ ਜਿਹੜੇ ਦੁਕਾਨਦਾਰ ਸੀ ਨਾ, ਉਹਨਾਂ ਨੇ ਬਾਬੇ ਨੂੰ ਬਿਠਾਇਆ ਗੱਡੀ ਦੇ ਵਿੱਚ, ਕਹਿਣ ਲੱਗੇ ਜਲਦੀ ਲੈ ਕੇ ਚੱਲੋ ਜਿੱਥੇ ਉਹ ਰਹਿੰਦੀ। ਜਿਸ ਲਈ ਉਹਨਾਂ ਨੂੰ ਕੋਈ 10 ਮਿੰਟ ਲੱਗ ਗਏ ਜਾਂ 20 ਮਿੰਟ ਲੱਗ ਗਏ, ਅੱਗੇ ਨਾ ਉਹ ਬੱਚੀ ਅਤੇ ਨਾ ਉਹ ਗੱਲ, ਉਹ ਮਕਾਨ ਹੀ ਛੱਡ ਕੇ ਚਲੇ ਗਏ। ਯਾਨੀ ਕਿ ਹੁਣ ਕਿਸੇ 'ਤੇ ਯਕੀਨ ਕਰਨ ਦਾ ਵਕਤ ਨਹੀਂ ਗਾ, ਕਰਨਾ ਵੀ ਨਹੀਂ ਚਾਹੀਦਾ। ਐਸੇ ਵਾਕਿਆਤ ਹੋ ਰਹੇ ਨੇ ਜੀ ਬਿਲਕੁਲ, ਕਿ ਇਨਸਾਨ ਸੋਚਦਾ ਹੀ ਰਹਿ ਜਾਂਦਾ, ਔਰ ਉਹਦਾ ਜ਼ਿਹਨ ਵੀ ਕੰਮ ਨਹੀਂ ਕਰਦਾ ਕਿ ਐਸਾ ਕੋਈ ਕੰਮ ਹੋ ਜਾਏਗਾ। ਫਿਰ ਇੱਕ ਵਾਕਿਆ ਇਸ ਤਰ੍ਹਾਂ, ਇੱਕ ਬੰਦਾ ਗੱਡੀ ਲਾ ਕੇ ਆਇਆ, ਜੇ ਉਹਨੂੰ ਨੰਬਰ ਨਹੀਂ ਲੱਗਾ। ਡਿਫੈਂਸ ਦਾ ਇਹ ਵਾਕਿਆ ਅਸੀਂ ਸੁਣਿਆ। ਗੱਡੀ ਉਹਨਾਂ ਨੇ ਗਰਾਜ ਦੇ ਵਿੱਚ ਖਿਲਾਰੀ ਹੈ, ਅਤੇ ਪਿੱਛੋਂ ਡਾਕੂ ਆ ਗਿਆ। ਉਹਨਾਂ ਨੇ ਕੋਈ ਸਕੀਮ ਲਾਈ ਸੀ ਕਿ ਗੱਡੀ ਕਿਸ ਤਰੀਕੇ ਨਾਲ ਲਿਜਾਣੀ। ਇੱਕ ਬੰਦਾ ਉਮਰ ਰਸੀਦਾ ਆਇਆ ਕਿ ਉਹਨੇ ਆ ਕੇ ਅਤੇ ਉਹਨਾਂ ਦਾ ਦਰਵਾਜ਼ਾ ਖੜਕਾ। ਉਹਨਾਂ ਨੇ ਦਰਵਾਜ਼ਾ ਖੋਲ੍ਹਿਆ, ਕੋਠੀ ਦਾ ਬਾਹਰ ਗੇਟ ਮੇਨ ਛੋਟਾ ਦਰਵਾਜ਼ਾ ਖੋਲ੍ਹਿਆ। ਉਹਨੇ ਕਿਹਾ, ਜੀ 1 ਗਲਾਸ ਪਾਣੀ ਮੈਨੂੰ ਮਿਲ ਜਾਏਗਾ। ਉਹਨਾਂ ਨੇ ਕਿਹਾ, ਚਲੋ ਠੀਕ ਹੈ, ਇੱਥੇ ਖੜ੍ਹੇ ਹੋ ਤੁਹਾਨੂੰ। ਉਹ ਬੰਦਾ ਅੰਦਰ ਗਿਆ, ਆਪਣੇ ਘਰੋਂ ਜਾ ਕੇ ਉਹਨੇ ਪਾਣੀ ਲਿਆ ਕੇ ਗਲਾਸ ਉਹਨੂੰ ਦਿੱਤਾ। ਇੰਨੇ ਚਿਰ 'ਚ ਮਗਰਬ ਦੀ ਅਜ਼ਾਨ ਦਾ ਟਾਈਮ ਹੋ ਗਿਆ। ਪਾਣੀ ਉਹਨੇ ਅਜੇ ਪੀਤਾ ਹੀ ਹੈ ਅਤੇ ਮਗਰਬ ਦੀਆਂ ਅਜ਼ਾਨਾਂ ਹੋਣ ਲੱਗ ਪਈਆਂ।
ਤੇ ਉਹ ਕਹਿਣ ਲੱਗਾ ਵੀ ਇੱਥੇ ਮਸਜਿਦ, ਕਹਿਣ ਲੱਗੇ ਮਸਜਿਦ ਜ਼ਰਾ ਥੋੜ੍ਹੀ ਜਿਹੀ ਦੂਰ ਹੈ। ਤੇ ਉਹ ਕਹਿਣ ਲੱਗਾ ਤੁਸੀਂ ਮੇਰੇ ਤੇ ਮਿਹਰਬਾਨੀ ਕਰੋ, ਜਾਨ ਨਮਾਜ਼ ਦਿਓ ਤੇ ਮੈਂ ਇੱਥੇ ਜਿੱਥੇ ਗੱਡੀ ਖਲੋਂਦੀ ਹੈ ਨਾ, ਇੱਥੇ ਮੈਂ ਨਮਾਜ਼ ਪੜ੍ਹ ਲੈਣਾ। ਉਹਨਾਂ ਨੇ ਜਾਨ ਨਮਾਜ਼ ਉਹਨੂੰ ਦਿੱਤਾ, ਉਹ ਨਮਾਜ਼ ਪੜ੍ਹਨ ਲੱਗ ਪਿਆ। ਨਮਾਜ਼ ਦੀ ਹਾਲਤ ਦੇ ਵਿੱਚ ਹੀ ਉਹਨੇ ਮੋਬਾਈਲ ਦੇ ਵਿੱਚ ਪਤਾ ਨਹੀਂ ਕਿੱਥੇ ਰਾਬਤਾ ਕੀਤਾ ਆਪਣੇ ਦੂਸਰੇ ਸਾਥੀਆਂ ਦੇ ਨਾਲ। ਉਹ ਜਨਾਬ ਦੂਸਰੇ ਸਾਥੀ ਜਿਹੜੇ ਸੀ ਉਹ ਆ ਗਏ, ਉਹਨਾਂ ਨੇ ਕਿਹਾ ਵੀ ਆ ਜਾਓ। ਉਹ ਜਿਸਲੇ ਆ ਗਏ ਸਾਰੇ ਅੰਦਰ ਆ ਗਏ। ਉਹਨਾਂ ਨੇ ਕਿਹਾ ਹਾਂ ਬਈ ਕੀ ਗੱਲ ਹੈ? ਉਹਨਾਂ ਨੇ ਕਿਹਾ ਤੁਹਾਡੀ ਬਚਨ ਦੀ ਸੂਰਤ ਇਹੋ ਹੀ ਹੈ ਕਿ ਅਸੀਂ ਤੁਹਾਨੂੰ ਕੁਛ ਨਹੀਂ ਕਵਾਂਗੇ, ਸਾਨੂੰ ਸਿਰਫ ਇਹ ਜਿਹੜੀ ਨਵੀਂ ਗੱਡੀ ਲਿਆਂਦੀ ਇਹਦੀਆਂ ਚਾਬੀਆਂ ਦੇ ਦਿਓ। ਉਹਨਾਂ ਨੇ ਉਹਨੂੰ ਚਾਬੀਆਂ ਦਿੱਤੀਆਂ ਤੇ ਆਪਣੀ ਜਾਨ ਬਚਾਈ। ਹੁਣ ਦੇਖੋ ਨਾ, ਇਸ ਤਰ੍ਹਾਂ ਦੇ ਵਾਕਿਆ ਹੋ ਰਹੇ ਨੇ ਜਿਹੜੇ ਸੁਣਨੇ ਆ, ਦੇਖਦੇ ਆ। ਔਰ ਇਸ ਵਕਤ ਦੇ ਵਿੱਚ ਕਿਸੇ 'ਤੇ ਕੀ ਯਕੀਨ ਕੀਤਾ ਜਾ ਸਕਦਾ? ਤੁਸੀਂ ਆਪ ਹੀ ਅੰਦਾਜ਼ਾ ਕਰੋ ਕਿ ਇਸ ਵਕਤ 'ਚ ਕਿਸੇ 'ਤੇ ਬਹੁਤ ਜਲਦੀ ਯਕੀਨ ਨਹੀਂ ਕਰਨਾ ਚਾਹੀਦਾ। ਜਿੰਨੀ ਦੇਰ ਇਨਕੁਆਰੀ ਨਾ ਕਰੋ, ਵੇਖ ਸੋਚ ਕੇ ਚੱਲੋ। ਬਸ ਇਹੋ ਹੀ ਹੈਗਾ ਦੁਨੀਆ ਜਿਹੜੀ ਅੱਲਾ ਦੇ ਕਰਮ 'ਤੇ, ਅੱਲਾ ਤਾਲਾ ਦੇ ਫਜ਼ਲ ਦੇ ਨਾਲ ਹੀ ਚੱਲਦੀ ਪਈ ਹੈ। ਲੇਕਿਨ ਹੁਣ ਕੋਈ ਐਸਾ ਕੋਈ ਨਹੀਂ ਰਹਿ ਗਿਆ ਕਿ ਕਿਸੇ 'ਤੇ ਇਤਮਾਦ ਕੀਤਾ ਜਾਏ। ਇਹਨੂੰ ਅੱਲਾ ਚਲਾ ਰਿਹਾ ਔਰ ਬੰਦੇ ਦੇ ਵੱਸ ਦੀ ਗੱਲ ਕੋਈ ਨਹੀਂ। ਬਹੁਤ ਅੱਛੀ ਗੱਲ ਕੀਤੀ ਤੁਸੀਂ। ਨਈ ਨਸਲ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ? ਤੇ ਮੈਂ ਨਵੀਂ ਨਸਲ ਨੂੰ ਇਹੀ ਪੈਗਾਮ ਦਿਆਂਗਾ ਕਿ ਜੋ ਅਸੀਂ ਟਾਈਮ ਦੇਖਿਆ, ਬੜਾ ਅੱਛਾ ਟਾਈਮ ਦੇਖਿਆ। ਕੋਈ ਬੇਈਮਾਨੀ ਨਹੀਂ ਸੀ ਹੁੰਦੀ, ਦੁਕਾਨਦਾਰ ਵੀ ਅੱਛੇ ਹੁੰਦੇ ਸਨ, ਆਵਾਮ ਵੀ ਅੱਛੀ ਹੁੰਦੀ ਸੀ, ਕੋਈ ਬੇਈਮਾਨੀ ਨਹੀਂ ਸੀ ਹੁੰਦੀ। ਸਾਫ਼ ਗੱਲ ਕਰਦੇ ਸਨ, ਸਾਫ਼ ਗੱਲ ਸੁਣਦੇ ਸਨ। ਔਰ ਮੈਂ ਇਹੀ ਕਹਾਂਗਾ ਕਿ ਨਵੀਂ ਨਸਲ ਨੂੰ ਕਿ ਤੁਸੀਂ ਵੀ ਬੇਈਮਾਨੀ ਨਾ ਕਰਿਆ ਕਰੋ, ਝੂਠ ਨਾ ਬੋਲਿਆ ਕਰੋ, ਆਪਣੇ ਵਾਲਿदैन ਦੀ ਇੱਜ਼ਤ ਕਰਿਆ ਕਰੋ, ਵੱਡਿਆਂ ਦੀ ਇੱਜ਼ਤ ਕਰਿਆ ਕਰੋ, ਹਾਕਮ ਸਾਇਆਂ ਦੇ ਨਾਲ ਅੱਛਾ ਸਲੂਕ ਕਰਿਆ ਕਰੋ। ਵਾਲਿदैन ਜਿੱਧਰੋਂ ਰੋਕਣ ਉੱਧਰੋਂ ਰੁਕਿਆ ਕਰੋ। ਔਰ ਦੀਨੀ ਤਾਲੀਮ ਜਿਹੜੀ ਹੈ ਨਾ ਲਾਜ਼ਮੀ ਹਾਸਲ ਕਰੋ। ਕੁਰਾਨ ਪਾਕ ਪੜ੍ਹੋ, ਨਮਾਜ਼ ਪੜ੍ਹੋ। ਇਹਦੇ ਤੋਂ ਬਗੈਰ ਬੰਦਾ ਜਿਹੜਾ ਨਾ ਬਿਲਕੁਲ ਅਧੂਰਾ। ਇਹ ਇੰਗਲਿਸ਼ ਤੇ ਉਰਦੂ ਇੰਗਲਿਸ਼ ਜਿਹੜੀ ਹੈ ਅੱਗੇ ਕੰਮ ਨਹੀਂ ਆਣੀ ਇਨਸਾਨ ਨੂੰ। ਅੱਗੇ ਕੰਮ ਦੀਨੀ ਤਾਲੀਮ ਹੀ ਆਣੀ ਹੈ। ਜਿਹੜਾ ਸਵਾਲ ਜਵਾਬ ਹੋਣਾ ਅਰਬੀ ਦੇ ਵਿੱਚ ਹੀ ਹੋਣਾ ਉਹਦੇ ਨਾਲ। ਇਸੇ ਤਰ੍ਹਾਂ ਹੀ ਮੈਨੂੰ ਇੱਕ ਵਾਕਿਆ ਯਾਦ ਆ ਗਿਆ। ਮੇਰੀ ਉਮਰ ਕੋਈ 7-8 ਸਾਲ ਦੀ ਸੀ ਉਦੋਂ। ਪਾਕਿਸਤਾਨ ਬਣਨ ਤੋਂ ਬਾਅਦ ਮੇਰੀ ਵਾਲਦਾ ਅੱਲਾ ਜੰਨਤ ਨਸੀਬ ਕਰੇ, ਉਹਨਾਂ ਨੇ ਪਹਿਲੀ ਵਾਰ ਮੈਨੂੰ ਨਾ 10 ਰੁਪਈਏ ਦੇ ਦਿੱਤੇ। 10 ਰੁਪਈਏ ਦੇ ਦਿੱਤੇ ਅਤੇ ਮੈਨੂੰ ਕਿਹਾ ਕਿ ਪੁੱਤਰ ਆਪਣੇ ਹੱਥ ਦੇ ਵਿੱਚ ਰੱਖ ਕੇ ਤੇ ਮੁੱਠ ਬੰਦ ਕਰ ਲਾ ਕਿ ਕਿਧਰੇ ਕੋਈ ਤੇਰੇ ਕੋਲੋਂ ਖੋਹ ਕੇ ਨਾ ਲੈ ਜਾਵੇ। ਮੈਂ ਉਹ ਮੁੱਠ ਬੰਦ ਕਰ ਲਈ ਅਤੇ ਕਹਿਣ ਲੱਗੇ ਜਾ ਕੇ ਨਾ ਸੌਦਾ ਲੈ ਕੇ ਆ। ਮੈਨੂੰ ਉਹਨਾਂ ਨੇ ਕੋਈ ਸੌਦਾ ਹੋਰ ਵੀ ਦੱਸਿਆ, ਲੇਕਿਨ ਮੈਨੂੰ ਯਾਦ ਸਿਰਫ ਆਟਾ ਹੀ ਰਹਿ ਗਿਆ। ਉਹਨਾਂ ਨੇ ਕਿਹਾ ਆਟਾ ਲਿਆ, ਹੋਰ ਵੀ ਚੀਜ਼ ਲਿਆ, ਲੇਕਿਨ ਮੇਰੇ ਜ਼ਿਹਨ ਦੇ ਵਿੱਚ ਇੱਕੋ ਹੀ ਆਈਟਮ ਰਹੀ ਕਿ ਮੈਂ ਆਟਾ ਲੈ ਕੇ ਜਾਣਾ। ਉਹ ਸਾਡੇ ਮਹੱਲੇ ਦੇ ਕੋਲ ਜ਼ਰਾ ਥੋੜ੍ਹੀ ਜਿਹੀ ਦੂਰ ਇੱਕ ਦੁਕਾਨ ਹੁੰਦੀ ਸੀ। ਸ਼ੇਖ ਸਾਹਿਬ ਹੁੰਦੇ ਸਨ, ਬੜੀ ਉਮਰ ਰਸੀਦਾ। ਉਹਨਾਂ ਨੇ ਮੋਟਾ ਸਮਾਨ ਰੱਖਿਆ ਹੁੰਦਾ ਸੀ, ਘਿਓ, ਦਾਲਾਂ, ਚੀਨੀ, ਆਟਾ। ਅਤੇ ਬਹੁਤ ਬਜ਼ੁਰਗ ਸ਼ਖਸੀਅਤ ਹੈਗੇ ਸੀ, ਅੱਛੇ ਆਦਮੀ ਸੀ। ਅਤੇ ਉਦੋਂ ਤੁਸੀਂ ਕਹਿ ਲਓ ਕਿ ਉਸ ਵਕਤ ਦੀ ਉਹ ਹੋਲਸੇਲ ਦੀ ਦੁਕਾਨ ਸੀ, ਥੋਕ ਦੀ। ਮੈਂ ਵੀ ਜਾ ਕੇ ਖਲੋ ਗਿਆ। ਮੈਂ ਜਿਸਲੇ ਉਹਨੂੰ ਕਿਹਾ, ਮੈਂ ਕਿਹਾ ਮੀਆਂ ਜੀ ਮੈਨੂੰ ਆਟਾ ਦਿਓ, ਅਤੇ ਮੈਨੂੰ ਉਹਨਾਂ ਨੇ ਝਿੜਕਾਂ ਦਿੱਤੀਆਂ। ਉਹਨਾਂ ਨੇ ਕਿਹਾ 1 ਮਿੰਟ, ਤੇਰੇ ਤੋਂ ਪਹਿਲੇ ਜਿਹੜੇ ਆ ਕੇ ਖਲੋਤੇ ਨੇ ਪਹਿਲੇ ਉਹਨਾਂ ਨੂੰ ਸੌਦਾ ਮਿਲੇਗਾ। ਮੈਂ ਖਾਮੋਸ਼ ਹੋ ਗਿਆ, ਬੱਚਾ ਸਾਂ। ਜਿਸਲੇ ਮੈਂ ਖਾਮੋਸ਼ ਹੋ ਗਿਆ ਅਤੇ ਮੇਰਾ ਜਿਸਲੇ ਨੰਬਰ ਆਇਆ ਤਾਂ ਮੈਨੂੰ ਕਹਿਣ ਲੱਗਾ ਅੱਛਾ ਪੁੱਤਰ ਲਿਆ ਵੀ ਤੇਰੇ ਕੋਲ ਕਿੰਨੇ ਪੈਸੇ ਨੇ, ਕੀ ਚੀਜ਼ ਤੂੰ ਲੈਣੀ? ਮੈਂ ਕਿਹਾ ਮੈਂ ਆਟਾ ਲੈਣਾ। ਕਹਿੰਦੇ ਪੈਸੇ ਕਿੱਥੇ? ਮੈਂ ਹੱਥ ਖੋਲ੍ਹਿਆ ਅਤੇ ਉਹ ਨੋਟ ਨੂੰ ਕਾਫੀ ਵੱਟ ਪਏ ਸਨ, ਕਿਉਂਕਿ ਮੈਂ ਮੁੱਠ 'ਚ ਬੰਦ ਕੀਤਾ ਸੀ ਉਹਨੂੰ। ਅਤੇ ਉਹ ਮੈਨੂੰ ਕਹਿਣ ਲੱਗਾ, ਉਹ ਬਾਬਾ ਅੰਮ੍ਰਿਤਸਰੀਆ ਜਿਹਦੀ ਦੁਕਾਨ ਸੀ, ਸ਼ੇਖ ਹੁੰਦੇ ਸਨ, ਕਹਿਣ ਲੱਗੇ ਉਹ ਤੇਰਾ ਭਲਾ ਹੋ ਜੇ, ਤੂੰ 10 ਰੁਪਈਏ ਘਰੋਂ ਲੈ ਕੇ ਆ ਗਿਆ, ਇੰਨੇ ਪੈਸੇ? ਅੱਛਾ ਹੋਰ ਕੀ ਲੈਣਾ ਸੀ? ਮੈਂ ਕਿਹਾ ਨਹੀਂ, ਸਾਰਿਆਂ ਪੈਸਿਆਂ ਦਾ ਆਟਾ ਹੀ ਲੈਣਾ। ਕਹਿਣ ਲੱਗਾ ਸਾਰਿਆਂ ਪੈਸਿਆਂ ਦਾ ਆਟਾ ਤੂੰ ਚੁੱਕ ਲੇਂਗਾ? ਮੈਂ ਕਿਹਾ ਹਾਂਜੀ। ਕਹਿਣ ਲੱਗੇ ਤੇਰੇ ਕੋਲ ਕੀ ਹੈ? ਮੈਂ ਉਹਨੂੰ ਕਿਹਾ ਮੇਰੇ ਕੋਲ ਹੈ ਘਿਓ ਵਾਲਾ ਕਨਸਤਰ ਹੈ, ਉਹਨੂੰ ਢੱਕਣ ਲੱਗਾ ਸੀ। ਕਹਿਣ ਲੱਗੇ ਰੱਖ ਇਹਨੂੰ। ਰੱਖਿਆ ਉਹਨੂੰ ਜਨਾਬ, ਲੱਕੜ ਦੀ ਡੰਡੀ ਵਾਲੀ ਤਕੜੀ ਸੀ ਹੱਥ 'ਚ ਫੜਨ ਵਾਲੀ। ਉਹਨੇ ਤੋਲ ਕੇ ਆਟਾ ਅਤੇ ਕਨਸਤਰ ਜਿਹੜਾ ਭਰ ਦਿੱਤਾ ਅਤੇ ਮੈਨੂੰ ਕਹਿਣ ਲੱਗੇ ਚੁੱਕ ਇਹਨੂੰ। ਮੇਰੇ ਮੋਢੇ 'ਤੇ ਰੱਖਿਆ ਅਤੇ ਕਹਿਣ ਲੱਗੇ ਇਹਨੂੰ ਛੱਡ ਕੇ ਅਤੇ ਦੁਬਾਰਾ ਫੇਰ ਆ। ਮੈਂ ਘਰ ਜਾ ਕੇ ਅਤੇ ਉਹ
ਮੰਜੀ ਦੇ ਉੱਤੇ ਚਾਦਰ ਵਿਛਾਈ ਹੈ, ਅਤੇ ਉਹ ਕਨਸਤਰ ਆਟੇ ਦਾ ਮੈਂ ਉਹਦੇ ਉੱਤੇ ਉਲਟਾਇਆ, ਅਤੇ ਮੈਂ ਖਾਲੀ ਕਨਸਤਰ ਲੈ ਕੇ ਫਿਰ ਆ ਗਿਆ। ਦੂਸਰੀ ਵਾਰੀ ਮੈਂ ਜਿਸਲੇ ਆਇਆ ਤਾਂ ਫਿਰ ਕਨਸਤਰ ਭਰ ਕੇ ਕਹਿਣ ਲੱਗੇ ਜਾ ਛੱਡ ਗਿਆ। ਮੈਂ ਫਿਰ ਛੱਡਣ ਗਿਆ, ਕਹਿਣ ਲੱਗੇ ਜੇ ਫਿਰ ਆਉਣਾ। ਤੀਸਰੀ ਵਾਰੀ ਮੈਨੂੰ ਅੱਧਾ ਕਨਸਤਰ ਆਟੇ ਦਾ ਭਰ ਕੇ ਦੇਤਾ ਉਹਨਾਂ ਨੇ, ਅਤੇ ਮੈਨੂੰ ਕਹਿਣ ਲੱਗੇ ਹੁਣ 10 ਰੁਪਏ ਦਾ ਆਟਾ ਪੂਰਾ ਹੋ ਗਿਆ, ਹੁਣ ਨਹੀਂ ਆਉਣਾ। ਅੱਛਾ ਇਹ ਲੈ ਫੜ ਝੂੰਗਾ। ਅਤੇ ਮੈਨੂੰ ਉਹਨਾਂ ਨੇ ਕਾਫੀ, ਉਹ ਨੁਕਦੀ ਦਾ ਦੌਰ ਹੁੰਦਾ ਸੀ ਉਦੋਂ, ਗੋਲੀਆਂ ਅੱਧੀ ਪੀਪੀ ਜਨਾਬ ਅਖਬਾਰ ਦੇ ਉੱਤੇ ਇਹਨਾਂ ਨੁਕਦੀ ਦੇ ਦਿੱਤੀ, ਲੈ ਖਾਂਦਾ ਜਾਈ। ਅਤੇ ਐਡਾ ਚੰਗਾ ਉਹ ਟਾਈਮ ਸੀ। ਮੈਂ ਕਿਹਾ ਮੀਆਂ ਜੀ ਆਟਾ ਕਿੰਨਾ ਦਿੱਤਾ ਜੇ ਮੈਨੂੰ? ਕਹਿਣ ਲੱਗਾ ਪੁੱਤਰ 10 ਰੁਪਏ ਤੂੰ ਮੈਨੂੰ ਦਿੱਤੇ ਨੇ, ਅਤੇ ਮੈਂ ਇਹ ਮਣ ਆਟਾ ਦਿੱਤਾ ਤੈਨੂੰ 3 ਚੱਕਰਾਂ 'ਚ ਤੂੰ ਛੱਡ ਕੇ ਆਇਆ। ਅੱਜ ਤੁਸੀਂ ਹਿਸਾਬ ਲਾ ਲਓ ਕਿ ਉਸ ਵਕਤ ਨੂੰ ਦੇਖ ਲਓ ਅਤੇ ਇਹ ਵਕਤ ਨੂੰ ਦੇਖ ਲਓ, ਕਿੰਨਾ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਮੈਂ ਤਾਂ ਇਹੀ ਕਹਾਂਗਾ ਕਿ ਬਿਹਤਰ ਹੋਣ ਦੀ ਬਜਾਏ ਬਦਕਿਸਮਤੀ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਵੀ, ਅਤੇ ਜਿਹੜੇ ਹੁਕਮਰਾਨ ਪਾਕਿਸਤਾਨ ਨੂੰ ਮਿਲੇ ਨੇ, ਇਹਨਾਂ ਨੇ ਬਿਹਤਰ ਕਰਨ ਦੀ ਬਜਾਏ ਪਾਕਿਸਤਾਨ ਦਾ ਨਕਸ਼ਾ ਵਿਗਾੜਿਆ, ਬੱਤਰ ਕੀਤਾ ਇਹਨੂੰ। ਕੋਈ ਸਹੂਲਤ ਨਹੀਂ ਹੈ ਇੱਥੇ ਕਿਸੇ ਕਿਸਮ ਦੀ। ਅੱਲਾਹ ਤਾਲਾ ਕਰਮ ਕਰੇ, ਇਹਨੂੰ ਅੱਲਾ ਹੀ ਚਲਾ ਰਿਹਾ, ਬੰਦੇ ਦੇ ਵੱਸ ਦੀ ਗੱਲ ਕੋਈ ਨਹੀਂ। ਤੇ ਮੈਂ ਤਾਂ ਇਹੀ ਕਹਾਂਗਾ ਕਿ ਜਿੰਨਾ ਹੁਣ ਹਰ ਬੰਦਾ ਜਿਹੜਾ ਨਾ ਟੈਨਸ਼ਨ ਦਾ ਸ਼ਿਕਾਰ ਹੈ, ਉਹ ਸੁਬਾਹ ਮਜ਼ਦੂਰੀ ਕਰਨ ਵਾਸਤੇ ਜਾਂਦਾ, ਸ਼ਾਮ ਨੂੰ ਜਿਸਲੇ ਘਰ ਆ ਜਾਂਦਾ ਆ ਕੇ ਲੇਟ ਜਾਂਦਾ। ਅਤੇ ਹਾਲਾਂਕਿ ਕਹਿੰਦੇ ਨੇ ਕਿ ਜਿਸਲੇ ਇਨਸਾਨ ਲੇਟ ਜਾਏ, ਸੌਂ ਜਾਵੇ, ਅਤੇ ਉਹਨੂੰ ਵਕਤੀ ਤੌਰ 'ਤੇ ਸਾਰੀਆਂ ਸੋਚਾਂ ਜਿਹੜੀਆਂ ਨੇ ਨਾ ਭੁੱਲ ਜਾਂਦੀਆਂ ਨੇ। ਲੇਕਿਨ ਇਹ ਵਕਤ ਇੱਕ ਐਸਾ ਬਣ ਗਿਆ ਕਿ ਇਨਸਾਨ ਜਿੰਨੀ ਵੀ ਸੋਚ ਲੈ ਕੇ ਸੌਂਦਾ, ਸੁੱਤੇ ਪਿਆ ਵੀ ਉਹਦੇ ਦਿਲ ਦੇ ਉੱਤੇ, ਉਹਦੇ ਦਿਮਾਗ ਦੇ ਉੱਤੇ ਇਹ ਚੀਜ਼ ਜਿਹੜੀ ਹੈ ਨਾ ਅਸਰ ਅੰਦਾਜ਼ ਕਰਦੀ ਹੈ। ਅਤੇ ਉਹ ਸੋਚਦਾ ਰਹਿੰਦਾ ਕਿ ਕੀ ਬਣੇਗਾ, ਕੋਈ ਕੰਮ ਕਿਸ ਤਰ੍ਹਾਂ ਕਰਾਂਗੇ, ਆ ਕਿੱਧਰ ਪੂਰੇ ਹੋਵਾਂਗੇ, ਇਹ ਦੇਣਾ ਲੈਣਾ ਜਾਣਾ। ਉਹਨੂੰ 101 ਕਿਸਮ ਦੀ ਸੋਚ ਹੁੰਦੀ ਹੈ। ਇਸ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿੰਨੀ ਮਹਿੰਗਾਈ ਹੋ ਗਈ ਹੈ, ਜਿਸ ਤਰ੍ਹਾਂ ਮਤਲਬ ਹੈ ਕਿ ਲੋਕਾਂ ਦੇ ਵਿੱਚ ਰੁੱਖਾਪਨ ਹੋ ਗਿਆ, ਕੋਈ ਲਿਹਾਜ਼ ਨਹੀਂ ਵੱਡੇ ਛੋਟੇ ਦਾ, ਨਫਸੋ ਨਫਸੀ ਪਈ ਹੈ। ਅਤੇ ਉਹ ਪਹਿਲੇ ਲੋਕ ਇਸ ਤਰ੍ਹਾਂ ਦੇ ਨਹੀਂ ਸਨ ਹੈਗੇ, ਉਹ ਤਾਂ ਪਿਆਰ ਮੁਹੱਬਤ ਦਾ ਦਰਸ ਦਿੰਦੇ ਸਨ। ਲੇਕਿਨ ਹੁਣ ਉਹਦੇ ਬਰਅਕਸ ਕੰਮ ਹੋ ਗਿਆ। ਉਹਦੇ ਵਿੱਚ ਹੁਣ ਮੈਂ ਥੋੜ੍ਹਾ ਜਿਹਾ ਇਹ ਦੱਸਾਂਗਾ ਕਿ ਉਹ ਇੱਕ ਬੰਦਾ ਅਤੇ ਉਹ ਕੀ ਕਹਿ ਰਿਹਾ, ਆਪਣੇ ਦੋਸਤ ਨੂੰ ਕਹਿ ਰਿਹਾ, ਅਜ਼ੀਜ਼ੋਕਾਰਾਂ ਨੂੰ ਕਹਿ ਰਿਹਾ। ਉਹ ਕਹਿੰਦਾ ਖੁਸ਼ ਰਹੋ ਯਾਰਾ, ਖੁਸ਼ ਰਹੋ ਯਾਰਾ, ਖੁਸ਼ ਰੱਖੇ ਰੱਬ ਤੈਨੂੰ, 2 ਪੈਸਿਆਂ ਦਾ ਕਾਗਜ਼ ਲੈ ਕੇ ਖਤ ਨਾ ਲਿਖੇ ਹੋਈ ਮੈਨੂੰ। ਅੱਗੇ ਕਹਿੰਦਾ ਲੈ ਹੁਣ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋ ਸੀ, ਜਿਸ ਦਿਨ ਫੇਰ ਮਿਲਾਂਗੇ। ਲੈ ਹੁਣ ਯਾਰ ਹਵਾਲੇ ਰੱਬ ਦੇ, ਵਕਤ ਅਖੀਰੀ ਆਇਆ, ਜਿਸਮ ਮੇਰਾ ਹੈ ਪੁਰਜ਼ੇ ਪੁਰਜ਼ੇ, ਲਹਿਰਾ ਮਾਰ ਮੁਕਾਇਆ।